ਅੱਗੇ ਆਪਾਂ ਪੜ੍ਹਾਂਗੇ ਕੰਪੈਰੀਜ਼ਨ ਆਪਰੇਟਰਸ। ਅਸੀਂ ਹੇਠ ਦਿੱਤੇ ਆਪਰੇਟਰਸ ਨਾਲ ਦੋ ਮੁੱਲਾਂ ਦੀ ਤੁਲਨਾ ਕਰ ਸਕਦੇ ਹਾਂ। ਜਦੋਂ ਇਹਨਾਂ ਆਪਰੇਟਰਸ ਨੂੰ ਲਾਗੂ ਕੀਤਾ ਜਾਂਦਾ ਹੈ ਤਾਂ ਨਤੀਜੇ ਵਜੋਂ ਸਿਰਫ ਲੌਜੀਕਲ ਮੁੱਲ ਦਿੱਤੇ ਜਾਂਦੇ ਹਨ, ਜਿਵੇਂ ਕਿ ਸਹੀ ਜਾਂ ਗਲਤ, ਟਰੂ ਜਾਂ ਫਾਲਸ। ਕੰਪੈਰੀਜ਼ਨ ਆਪਰੇਟਰਸ ਵਿੱਚ ਆਪਣੇ ਕੋਲ ਆਉਂਦੇ ਹਨ ਇਕੁਅਲ ਸਾਈਨ, ਗ੍ਰੇਟਰ ਦੈਨ ਸਾਈਨ, ਲੈਸ ਦੈਨ ਸਾਈਨ, greater than or equal to sign, less than or equal to sign ਅਤੇ not equal to sign। ਇਹਨਾਂ ਦੇ ਐਗਜ਼ਾਮਪਲਸ ਤੁਸੀਂ ਇੱਧਰ ਦਿੱਤੇ ਹੋਏ ਟੇਬਲ ਵਿੱਚ ਦੇਖ ਸਕਦੇ ਹੋ। ਇਕੁਅਲ ਟੂ ਆਪਰੇਟਰ ਇੱਥੇ ਯੂਜ਼ ਕੀਤਾ ਗਿਆ ਹੈ, ਇੱਥੇ ਗ੍ਰੇਟਰ ਦੈਨ, ਲੈਸ ਦੈਨ, ਗ੍ਰੇਟਰ ਦੈਨ ਇਕੁਅਲ ਟੂ, ਲੈਸ ਦੈਨ ਇਕੁਅਲ ਟੂ ਅਤੇ ਨਾਟ ਇਕੁਅਲ ਟੂ। ਇਹਨਾਂ ਨੂੰ ਆਪਾਂ ਕੰਪੈਰੀਜ਼ਨ ਆਪਰੇਟਰਸ ਕਹਿੰਦੇ ਹਾਂ। ਇਹ ਦੋ ਵੈਲਿਊਜ਼ ਨੂੰ ਕੰਪੇਅਰ ਕਰਨ ਲਈ ਵਰਤੇ ਜਾਂਦੇ ਹਨ। ਆਪਾਂ ਇਹਨਾਂ ਦਾ ਐਗਜ਼ਾਮਪਲ ਐਕਸਲ 'ਚ ਦੇਖਦੇ ਹਾਂ। ਜਿਵੇਂ ਕਿ ਆਪਣੇ ਕੋਲ ਇੱਕ ਕਾਲਮ ਦੇ ਵਿੱਚ ਆਪਣੇ ਕੋਲ ਕੁਛ ਨੰਬਰਸ ਹੈਗੇ ਆ, ਫਿਰ ਦੂਸਰੇ ਕਾਲਮ ਦੇ ਵਿੱਚ ਵੀ ਆਪਣੇ ਕੋਲ ਕੁਛ ਨੰਬਰਸ ਹੈਗੇ ਆ। ਆਪਾਂ ਚਾਹੁੰਦੇ ਹਾਂ ਕਿ ਆਪਾਂ ਇਹ ਵਾਲੀ ਵੈਲਿਊਜ਼ ਨੂੰ ਇਹ ਵਾਲੀ ਵੈਲਿਊ ਨਾਲ ਕੰਪੇਅਰ ਕਰੀਏ। ਤਾਂ ਸਭ ਤੋਂ ਪਹਿਲਾਂ ਆਪਾਂ ਫਾਰਮੂਲਾ ਲਗਾਇਆ ਹੈ ਇਕੁਅਲ ਟੂ ਵਾਲਾ, ਕਿ ਇਹ ਵਾਲੀ ਵੈਲਿਊ ਇਹਦੇ ਇਕੁਅਲ ਹੈ ਜਾਂ ਨਹੀਂ। ਤਾਂ ਇਹ ਵਾਲਾ ਫਾਰਮੂਲਾ ਯੂਜ਼ ਕਰਾਂਗੇ। ਫਿਰ ਚੈੱਕ ਕਰਨਾ ਹੈ ਗ੍ਰੇਟਰ ਦੈਨ ਵਾਲਾ, ਕਿ ਇਹ ਵਾਲੀ ਵੈਲਿਊ ਇਹਦੇ ਨਾਲੋਂ ਗ੍ਰੇਟਰ ਦੈਨ ਹੈ ਕਿ ਨਹੀਂ। ਤਾਂ ਆਪਾਂ ਗ੍ਰੇਟਰ ਦੈਨ ਵਾਲਾ ਫਾਰਮੂਲਾ ਲਗਾਇਆ ਹੈ ਅਤੇ ਇਹਨਾਂ ਦਾ ਰਿਜ਼ਲਟ ਦੇਖੋ, ਇਹਨਾਂ ਦਾ ਰਿਜ਼ਲਟ ਹਮੇਸ਼ਾ ਟਰੂ ਜਾਂ ਫਾਲਸ ਮਿਲੇਗਾ ਆਪਾਂ ਨੂੰ। ਤੁਸੀਂ ਦੇਖ ਰਹੇ ਹੋ, ਜਦੋਂ ਵੀ ਆਪਾਂ ਫਾਰਮੂਲਾ ਲਗਾ ਕੇ ਐਂਟਰ ਕਰਦੇ ਹਾਂ ਤਾਂ ਆਪਣੇ ਕੋਲ ਵੈਲਿਊਜ਼ ਆਉਂਦੀਆਂ ਨੇ, ਜਿਵੇਂ ਕਿ ਆ ਟਰੂ ਫਾਲਸ। ਤਾਂ ਇਹਦਾ ਫਾਰਮੂਲਾ ਦੇਖਣਾ ਹੋਏ ਤਾਂ ਆਪਾਂ ਇੱਥੇ ਫਾਰਮੂਲਾ ਬਾਰ ਦੇ ਵਿੱਚ ਦੇਖ ਸਕਦੇ ਹਾਂ। ਕਿਸੇ ਜਿਵੇਂ ਇੱਥੇ ਜੋ ਇਹ ਵਾਲੇ ਸੈੱਲ 'ਤੇ ਜੋ ਫਾਰਮੂਲਾ ਲੱਗਿਆ ਹੋਇਆ ਹੈ ਉਹ ਇੱਥੇ ਦੇਖਿਆ ਜਾ ਸਕਦਾ ਹੈ। ਠੀਕ ਹੈ, ਅੱਗੇ ਆਪਾਂ ਪੜ੍ਹਾਂਗੇ ਸਟਰਿੰਗ ਕਨਕੈਟੀਨੇਸ਼ਨ ਆਪਰੇਟਰ। ਸਟਰਿੰਗ ਨੂੰ ਟੈਕਸਟ ਰੂਪ ਵਿੱਚ ਲਿਖੇ ਡੇਟਾ ਵਜੋਂ ਵੀ ਜਾਣਿਆ ਜਾਂਦਾ ਹੈ। ਅਸੀਂ ਇੱਕ ਤੋਂ ਵੱਧ ਟੈਕਸਟ ਸ਼ਬਦਾਂ ਨੂੰ ਇੱਕ ਟੈਕਸਟ ਦੇ ਰੂਪ ਵਿੱਚ ਜੋੜਨ ਜਾਂ ਇਕੱਠਾ ਕਰਨ ਲਈ ਐਂਪਰਸੈਂਡ ਆਪਰੇਟਰ ਦੀ ਵਰਤੋਂ ਕਰਦੇ ਹਾਂ, ਜਿਸ ਨੂੰ ਸਟਰਿੰਗ ਕਨਕੈਟੀਨੇਸ਼ਨ ਆਪਰੇਟਰ ਵੀ ਕਿਹਾ ਜਾਂਦਾ ਹੈ। ਇਹਦਾ ਜੋ ਚਿੰਨ੍ਹ ਹੁੰਦਾ ਹੈ, ਇਹਦਾ ਜੋ ਸਿੰਬਲ ਹੁੰਦਾ ਹੈ ਉਹ ਐਂਪਰਸੈਂਡ ਹੁੰਦਾ ਹੈ, ਇਸ ਤਰ੍ਹਾਂ ਦਿਖਦਾ ਹੈ। ਤਾਂ ਹੁਣ ਆਪਾਂ ਇਹਦੀ ਵਰਤੋਂ ਦੇਖਾਂਗੇ ਐਕਸਲ ਦੇ ਵਿੱਚ। ਹੁਣ ਦੇਖੋ, ਜੇ ਤੁਹਾਡੇ ਕੋਲ ਇੱਕ ਸ਼ਬਦ ਹੈ ਨਾਰਥ, ਦੂਸਰਾ ਸ਼ਬਦ ਹੈ ਵਿੰਡ। ਜੇ ਤੁਸੀਂ ਚਾਹੁੰਦੇ ਹੋ ਕਿ ਇਹਨਾਂ ਨੂੰ ਇਕੱਠਾ ਕਰਨਾ, ਜੋੜਨਾ, ਤਾਂ ਤੁਸੀਂ ਇਹ ਵਾਲਾ ਫਾਰਮੂਲਾ ਲਗਾਓਗੇ, ਇਜ਼ ਇਕੁਅਲ ਟੂ A3 ਐਂਪਰਸੈਂਡ B3। A3 ਕੀ ਹੈ? ਇਹ ਵਾਲੇ ਸ਼ਬਦ ਦਾ ਐਡਰੈਸ ਜਾਂ ਰੈਫਰੈਂਸ ਜੋ ਇੱਥੇ ਦਿਖ ਰਿਹਾ ਹੈ। ਫਿਰ ਅੱਗੇ B3 ਹੈ ਇਹਦਾ ਰੈਫਰੈਂਸ। ਤਾਂ ਇੱਥੇ ਆਪਾਂ ਫਾਰਮੂਲਾ ਲਗਾਇਆ ਹੈ ਇਜ਼ ਇਕੁਅਲ ਟੂ A3 ਜੋ ਕਿ ਇਸ ਦਾ ਐਡਰੈਸ ਹੈ। ਫਿਰ ਇੱਥੇ ਐਂਪਰਸੈਂਡ ਅਤੇ ਨਾਲ B3। ਫਿਰ ਉਸ ਤੋਂ ਬਾਅਦ ਆਪਾਂ ਐਂਟਰ ਕਰਾਂਗੇ ਤਾਂ ਉਹ ਦੋਨੋਂ ਸ਼ਬਦ ਨੂੰ ਜੋੜ ਦੇਗਾ। ਫਿਰ ਅੱਗੇ ਫੋਰ ਐਗਜ਼ਾਮਪਲ ਇੱਕ ਬੰਦੇ ਦਾ ਫਸਟ ਨੇਮ ਲਿਖਿਆ ਹੋਇਆ ਹੈ ਸੁਨੀਲ ਐਂਡ ਸੈਕਿੰਡ ਲਿਖਿਆ ਹੈ ਪ੍ਰਕਾਸ਼। ਆਪਾਂ ਇਹਨਾਂ ਦੋਨਾਂ ਨੂੰ ਜੋੜਨਾ ਚਾਹੁੰਦੇ ਹਾਂ, ਤਾਂ ਆਪਾਂ ਫਾਰਮੂਲਾ ਯੂਜ਼ ਕੀਤਾ ਹੈ ਇਜ਼ ਇਕੁਅਲ ਟੂ A5 ਐਂਪਰਸੈਂਡ। ਫਿਰ ਆਪਾਂ ਇੱਕ ਖਾਲੀ ਜਗ੍ਹਾ ਵਿੱਚ ਸਪੇਸ ਇਨਸਰਟ ਕਰਨ ਲਈ ਆਪਾਂ ਇੱਕ ਖਾਲੀ ਸਪੇਸ ਦਿੱਤੀ ਹੈ। ਫਿਰ ਆਪਾਂ ਐਂਪਰਸੈਂਡ ਲਗਾਇਆ ਹੈ ਅਤੇ ਲਾਸਟ ਨੇਮ ਦਾ ਐਡਰੈਸ ਦਿੱਤਾ ਹੈ ਜੋ ਕਿ ਹੈ B5 ਅਤੇ ਆਪਾਂ ਐਂਟਰ ਕਰਾਂਗੇ ਤਾਂ ਆਪਣੇ ਕੋਲ ਉਹ ਸ਼ਬਦ ਜੁੜ ਜਾਏਗਾ। ਇਹਨੂੰ ਕਹਿੰਦੇ ਆ ਸਟਰਿੰਗ ਕਨਕੈਟੀਨੇਸ਼ਨ। ਅੱਗੇ ਆਪਾਂ ਪੜ੍ਹਾਂਗੇ ਐਕਸਲ ਵਿੱਚ ਆਪਰੇਟਰਸ ਦੀ ਦਰਜਾਬੰਦੀ। ਸਭ ਤੋਂ ਜ਼ਿਆਦਾ ਦਰਜੇ ਵਾਲਾ ਆਪਰੇਟਰ ਹੈ, ਸਭ ਤੋਂ ਹਾਈ ਦਰਜੇ ਵਾਲਾ ਆਪਰੇਟਰ ਹੈ ਐਕਸਪੋਨੈਂਸ਼ੀਏਸ਼ਨ, ਜਿਹਨੂੰ ਆਪਾਂ ਕੈਰਟ ਸਿੰਬਲ ਨਾਲ ਯੂਜ਼ ਕਰਦੇ ਹਾਂ। ਫਿਰ ਉਸ ਤੋਂ ਬਾਅਦ ਆਉਂਦਾ ਹੈ ਮਲਟੀਪਲੀਕੇਸ਼ਨ, ਡਿਵੀਜ਼ਨ। ਉਸ ਤੋਂ ਬਾਅਦ ਆਉਂਦਾ ਹੈ ਐਡੀਸ਼ਨ, ਸਬਟਰੈਕਸ਼ਨ। ਫਿਰ ਉਸ ਤੋਂ ਬਾਅਦ ਆਉਂਦਾ ਹੈ ਕਨਕੈਟੀਨੇਸ਼ਨ ਅਤੇ ਸਭ ਤੋਂ ਲਾਸਟ ਆਉਂਦਾ ਹੈ ਕੰਪੈਰੀਜ਼ਨ ਆਪਰੇਟਰਸ, ਜੋ ਕਿ ਆਪਾਂ ਉੱਪਰ ਪੜ੍ਹੇ ਹੈ। ਫਿਰ ਅੱਗੇ ਆਪਾਂ ਪੜ੍ਹਾਂਗੇ ਸੈੱਲ ਰੈਫਰੈਂਸ ਬਾਰੇ। ਸੈੱਲ ਰੈਫਰੈਂਸ ਕਿਸੇ ਖਾਸ ਸੈੱਲਾਂ ਦੇ ਸਮੂਹ ਜਾਂ ਇੱਕ ਰੇਂਜ ਦੇ ਪਤੇ ਨੂੰ ਕਿਹਾ ਜਾਂਦਾ ਹੈ। ਮਤਲਬ ਕਿਸੇ ਵੀ ਸੈੱਲ ਦੇ ਐਡਰੈਸ ਨੂੰ ਸੈੱਲ ਰੈਫਰੈਂਸ ਕਿਹਾ ਜਾਂਦਾ ਹੈ। ਕਿਸੇ ਫਾਰਮੂਲੇ ਜਾਂ ਫੰਕਸ਼ਨ ਦੇ ਅੰਦਰ
ਸੈੱਲ ਪਤਿਆਂ ਨੂੰ ਜਾਂ ਸੈੱਲ ਦੇ ਐਡਰੈਸ ਨੂੰ ਦਰਸਾਉਣ ਦੇ ਤਰੀਕੇ ਨੂੰ ਸੈੱਲ ਰੈਫਰੈਂਸਿੰਗ ਕਿਹਾ ਜਾਂਦਾ ਹੈ। ਇਹ ਸੈੱਲ ਰੈਫਰੈਂਸਿੰਗ ਦੀ ਡੈਫੀਨੇਸ਼ਨ ਹੈ ਜੋ ਕਿ ਤੁਹਾਡੇ ਪੇਪਰ ਵਿੱਚ ਆ ਸਕਦੀ ਹੈ। ਸੈੱਲ ਰੈਫਰੈਂਸਿੰਗ ਦੀ ਵਰਤੋਂ ਇਸ ਕਰਕੇ ਕੀਤੀ ਜਾਂਦੀ ਹੈ ਕਿਉਂਕਿ ਜਦੋਂ ਕਿਸੇ ਸੈੱਲ ਵਿੱਚ ਕਿਸੇ ਫੰਕਸ਼ਨ ਜਾਂ ਫਾਰਮੂਲੇ ਦੇ ਹਿੱਸੇ ਵਜੋਂ ਇੱਕ ਸੈੱਲ ਰੈਫਰੈਂਸ ਲਿਖਿਆ ਜਾਂਦਾ ਹੈ ਅਤੇ ਇਸ ਸੈੱਲ ਨੂੰ ਕਿਸੇ ਹੋਰ ਸੈੱਲ ਵਿੱਚ ਕਾਪੀ ਕੀਤਾ ਜਾਂਦਾ ਹੈ ਜਾਂ ਦੂਜੇ ਸੈੱਲ ਵਿੱਚ ਭਰਿਆ ਜਾਂਦਾ ਹੈ ਤਾਂ ਸੈੱਲ ਵਿੱਚ ਦਿੱਤੇ ਰੈਫਰੈਂਸ ਵੀ ਉਸੇ ਸੈੱਲ ਐਡਰੈਸ ਅਨੁਸਾਰ ਬਦਲ ਜਾਂਦੇ ਹਨ। ਇਹ ਵਿਸ਼ੇਸ਼ਤਾ ਕੋਈ ਖਾਸ ਬਦਲਾਅ ਕੀਤੇ ਬਿਨਾਂ ਕਈ ਸੈੱਲਾਂ 'ਤੇ ਫਾਰਮੂਲੇ ਲਾਗੂ ਕਰਨ ਲਈ ਬਹੁਤ ਉਪਯੋਗੀ ਹੈ। ਫਿਰ ਵੱਖਰੇ ਵੱਖਰੇ ਟਾਈਪ ਦੇ ਸੈੱਲ ਰੈਫਰੈਂਸਿੰਗ ਹੁੰਦੀਆਂ ਹਨ। ਸਭ ਤੋਂ ਪਹਿਲਾ ਹੈ ਜੋ ਉਹ ਹੈ ਆਪਣੇ ਕੋਲ ਰਿਲੇਟਿਵ ਰੈਫਰੈਂਸ। ਰਿਲੇਟਿਵ ਰੈਫਰੈਂਸ ਇਹ ਇੱਕ ਡਿਫਾਲਟ ਸੈੱਲ ਰੈਫਰੈਂਸ ਹੁੰਦੀ ਹੈ ਮਾਈਕਰੋਸਾਫਟ ਐਕਸਲ ਦੀ। ਉਦਾਹਰਨ ਲਈ ਆਪਾਂ ਇੱਕ ਐਗਜ਼ਾਮਪਲ ਸਮਝਦੇ ਹਾਂ ਜਿਹਦੇ ਨਾਲ ਤੁਹਾਨੂੰ ਕਲੀਅਰ ਹੋਏਗਾ ਕਿ ਰਿਲੇਟਿਵ ਰੈਫਰੈਂਸ ਕੀ ਹੁੰਦਾ ਹੈ। ਹੁਣ ਦੇਖੋ ਇੱਧਰ ਕਿ ਆਪਣੇ ਕਾਲਮ A ਵਿੱਚ ਆਪਾਂ ਮਾਰਕਸ ਲਿਖੇ ਹੋਏ ਹਨ, ਠੀਕ ਹੈ। ਫਿਰ ਮਾਰਕਸ ਆਪਾਂ ਇੱਕ ਦੂਸਰੇ ਕਾਲਮ ਵਿੱਚ ਵੀ ਆਪਾਂ ਮਾਰਕਸ ਲਿਖੇ ਹੋਏ ਹਨ। ਆਪਾਂ ਚਾਹੁੰਦੇ ਹਾਂ ਕਿ ਇੱਕ ਆਪਾਂ ਫਾਰਮੂਲਾ ਲਗਾਈਏ ਜਿਹਦੇ ਨਾਲ ਆਪਾਂ ਇਹਦਾ ਤੇ ਇਹਦਾ ਸਮ ਜਾਂ ਟੋਟਲ ਕਰ ਸਕੀਏ। ਤਾਂ ਆਪਾਂ ਕੀ ਫਾਰਮੂਲਾ ਲਗਾਵਾਂਗੇ, ਇਜ਼ ਇਕੁਅਲ ਟੂ ਆਹ ਵਾਲੇ ਸੈੱਲ ਦਾ ਕੀ ਐਡਰੈਸ ਹੈ A2 ਪਲੱਸ ਫਿਰ ਆਹ ਵਾਲੇ ਸੈੱਲ ਦਾ ਕੀ ਐਡਰੈਸ ਹੈ B2, ਆਪਾਂ ਇੱਥੇ ਲਿਖਾਂਗੇ B2, ਫਿਰ ਆਪਾਂ ਐਂਟਰ ਕਰਾਂਗੇ ਤਾਂ ਆਪਣੇ ਕੋਲੇ ਇਹਨਾਂ ਦੋਨਾਂ ਦਾ ਸਮ ਆ ਗਿਆ। ਫਿਰ ਆਪਾਂ ਚਾਹੁੰਦੇ ਹਾਂ ਕਿ ਆਪਾਂ ਸੇਮ ਫਾਰਮੂਲਾ ਆਪਾਂ ਬਾਕੀ ਜਗ੍ਹਾ 'ਤੇ ਵੀ ਲਗਾਈਏ ਤਾਂ ਆਪਣੇ ਕੋਲ ਇਹਦਾ ਤੇ ਇਹਦਾ ਸਮ ਇੱਥੇ ਆ ਜਾਏ, ਇਸ ਦਾ ਤੇ ਇਸ ਦਾ ਸਮ ਇੱਥੇ ਆ ਜਾਏ। ਤਾਂ ਆਪਾਂ ਇਹ ਵਾਲੇ ਸੈੱਲ ਨੂੰ ਕਾਪੀ ਕਰਾਂਗੇ ਅਤੇ ਇੱਥੇ ਪੇਸਟ ਕਰ ਦਿਆਂਗੇ ਤਾਂ ਆਪਣੇ ਕੋਲੇ ਇਹਦਾ ਤੇ ਇਹਦਾ ਸਮ ਆ ਜਾਏਗਾ। ਹੁਣ ਤੁਸੀਂ ਦੇਖੋ ਜਦੋਂ ਆਪਾਂ ਇਹ ਸੇਮ ਫਾਰਮੂਲਾ ਸਾਰੀ ਜਗ੍ਹਾ 'ਤੇ ਕਾਪੀ ਕਰਾਂਗੇ ਤਾਂ ਦੇਖੋ ਆਪਾਂ ਜਦੋਂ ਕਾਪੀ ਕਰਾਂਗੇ ਤਾਂ ਆਪਣੇ ਕੋਲੇ ਸਾਰਾ ਸਹੀ ਟੋਟਲ ਆ ਜਾਏਗਾ। ਹੁਣ ਤੁਸੀਂ ਦੇਖੋ ਫਾਰਮੂਲੇ ਵਿੱਚ ਇੱਥੇ ਜਿਹੜਾ ਆਪਾਂ ਪਹਿਲੇ ਨੰਬਰ 'ਤੇ ਫਾਰਮੂਲਾ ਲਗਾਇਆ ਸੀ ਉਹਦਾ ਹੈਗਾ ਹੈ A2 + B2, ਨੀਚੇ ਜਾਵਾਂਗੇ ਤਾਂ A3 + B3, ਫਿਰ A4 + B4, ਮਤਲਬ ਇਹਨਾਂ ਦੋਨਾਂ ਦਾ ਸਮ। ਤੁਸੀਂ ਦੇਖ ਰਹੇ ਹੋ ਕਿ ਕਿੱਦਾਂ ਰੋ ਨੰਬਰਸ ਚੇਂਜ ਹੋ ਰਹੇ ਹਨ। ਤਾਂ ਇਹਨੂੰ ਕਹਿੰਦੇ ਆ ਰਿਲੇਟਿਵ ਰੈਫਰੈਂਸ। ਤਾਂ ਮਤਲਬ ਤੁਸੀਂ ਜਦੋਂ ਸੇਮ ਫਾਰਮੂਲਾ ਦੂਸਰੀ ਜਗ੍ਹਾ 'ਤੇ ਕਾਪੀ ਕਰਨਾ ਸੀ ਤਾਂ ਨਾਲ ਦੇ ਨਾਲ ਜਿਹੜਾ ਉਹਦੇ ਵਿੱਚ ਤੁਸੀਂ ਰੈਫਰੈਂਸ ਯੂਜ਼ ਕੀਤਾ ਸੀ, ਜਿਹੜਾ ਐਡਰੈਸ ਯੂਜ਼ ਕੀਤਾ ਸੀ ਸੈੱਲਸ ਦਾ, ਉਹ ਚੇਂਜ ਹੋ ਜਾਂਦਾ ਹੈ। ਤਾਂ ਇਹਨੂੰ ਕਹਿੰਦੇ ਆ ਰਿਲੇਟਿਵ ਰੈਫਰੈਂਸ। ਅੱਗੇ ਆਪਾਂ ਪੜ੍ਹਦੇ ਹਾਂ ਜੀ, ਇਸ ਕਿਸਮ ਦੇ ਸੈੱਲ ਰੈਫਰੈਂਸਿੰਗ ਵਿੱਚ ਕੋਈ ਵੀ ਰੋ ਜਾਂ ਕਾਲਮ ਸਥਿਰ ਨਹੀਂ ਹੁੰਦਾ, ਇਸ ਕਰਕੇ ਇਹਨੂੰ ਕਹਿੰਦੇ ਆ ਰਿਲੇਟਿਵ ਰੈਫਰੈਂਸਿੰਗ। ਫਿਰ ਅੱਗੇ ਆਪਾਂ ਪੜ੍ਹਦੇ ਹਾਂ ਜੀ ਐਬਸੋਲਿਊਟ ਰੈਫਰੈਂਸ। ਕਈ ਵਾਰ ਅਸੀਂ ਕਿਸੇ ਸੈੱਲਾਂ ਦੇ ਡੇਟਾ ਭਰਨ ਸਮੇਂ ਸੈੱਲ ਰੈਫਰੈਂਸ ਨੂੰ ਬਦਲਣਾ ਨਹੀਂ ਚਾਹੁੰਦੇ ਤਾਂ ਉਸ ਸਮੇਂ ਆਪਾਂ ਐਬਸੋਲਿਊਟ ਰੈਫਰੈਂਸ ਦਾ ਯੂਜ਼ ਕਰਦੇ ਹਾਂ। ਇਹਨੂੰ ਵੀ ਆਪਾਂ ਇੱਕ ਐਗਜ਼ਾਮਪਲ ਰਾਹੀਂ ਸਮਝਾਂਗੇ। ਦੇਖੋ ਕਿ ਐਬਸੋਲਿਊਟ ਰੈਫਰੈਂਸ, ਹੁਣ ਤੁਸੀਂ ਦੇਖ ਲਓ ਕਿ ਆਪਣੇ ਕੋਲ ਇੱਥੇ ਮਾਰਕਸ ਵਾਲਾ ਕਾਲਮ ਹੈਗਾ ਹੈ, ਠੀਕ ਹੈ। ਇਹਦੇ ਵਿੱਚ ਅਲੱਗ-ਅਲੱਗ ਬੱਚਿਆਂ ਦੇ ਮਾਰਕਸ ਲਿਖੇ ਹੋਏ ਹਨ। ਫਿਰ ਇੱਕ ਆਪਣੇ ਕੋਲ ਗ੍ਰੇਸ ਮਾਰਕਸ ਹੈਗੇ ਆ 5, ਜੋ ਕਿ ਆਪਾਂ ਹਰ ਬੱਚੇ ਦੇ ਮਾਰਕਸ ਦੇ ਵਿੱਚ ਐਡ ਕਰਨੇ ਹਨ। ਤਾਂ ਆਪਾਂ ਇੱਕ ਫਾਰਮੂਲਾ ਯੂਜ਼ ਕਰਾਂਗੇ ਜੋ ਕਿ ਇਹ ਵਾਲੇ ਮਾਰਕਸ ਦੇ ਵਿੱਚ ਇੱਥੇ ਜੋ ਵੀ ਗ੍ਰੇਸ ਮਾਰਕਸ ਹੋਣਗੇ ਉਹਨਾਂ ਨੂੰ ਯੂਜ਼ ਕਰਕੇ ਐਡ ਕਰੇਗਾ। ਤਾਂ ਤੁਸੀਂ ਦੇਖ ਸਕਦੇ ਹੋ 45 + 5 50, 87 + 5 92। ਤੁਸੀਂ ਇਹਨਾਂ ਦਾ ਫਾਰਮੂਲਾ ਦੇਖੋ, ਇਜ਼ ਇਕੁਅਲ ਟੂ A3 ਹੈ ਇਹਦਾ ਐਡਰੈਸ ਪਲੱਸ $C$1। $C$1 ਨਾਲ ਇਹ ਰਹੇਗਾ ਕਿ ਇਸ ਦਾ ਐਡਰੈਸ ਕਦੇ ਵੀ ਚੇਂਜ ਨਹੀਂ ਹੋਏਗਾ। ਜੋ ਵੀ ਆਪਾਂ ਕਿਤੇ ਵੀ ਫਾਰਮੂਲਾ ਕਾਪੀ ਕਰਾਂਗੇ, ਫੋਰ ਐਗਜ਼ਾਮਪਲ ਆਪਾਂ ਇੱਥੇ ਖਾਲੀ ਜਗ੍ਹਾ 'ਤੇ ਆਪਾਂ ਫਾਰਮੂਲਾ ਕਾਪੀ ਕਰਦੇ ਹਾਂ ਤਾਂ ਇੱਥੇ ਵੀ ਤੁਸੀਂ ਦੇਖ ਰਹੇ ਹੋ ਜੋ ਸੈਕਿੰਡ ਵਾਲਾ ਹੈ ਉਹ ਸਥਿਰ ਰਿਹਾ ਹੈ, ਉਸ ਵਿੱਚ ਕੋਈ ਬਦਲਾਅ ਨਹੀਂ ਆਇਆ ਹੈ, ਜਦ ਕਿ ਜੋ ਫਸਟ ਵਾਲਾ ਹੈ A8 ਇਹ ਚੇਂਜ ਹੋ ਰਿਹਾ ਹੈ। ਤੁਸੀਂ ਦੇਖੋ A6 A5 A4, ਬਟ ਜੋ ਸੈਕਿੰਡ ਓਪਰੈਂਡ ਹੈ ਉਹ ਚੇਂਜ ਨਹੀਂ ਹੋ ਰਿਹਾ ਹੈ। ਤਾਂ ਇਹਦਾ ਮਤਲਬ ਜੋ ਸੈਕਿੰਡ ਵਾਲਾ ਹੈ ਉਹ ਐਬਸੋਲਿਊਟ ਰੈਫਰੈਂਸ ਹੈ।
ਇਹੀ ਐਗਜ਼ਾਮਪਲ ਸੇਮ ਤੁਹਾਡੀ ਬੁੱਕ ਵਿੱਚ ਦਿੱਤਾ ਗਿਆ ਹੈ। ਫਿਰ ਅੱਗੇ ਆਪਣੇ ਕੋਲ ਆਉਂਦਾ ਹੈ ਮਿਕਸਡ ਰੈਫਰੈਂਸ। ਜਿਵੇਂ ਕਿ ਇਸ ਦੇ ਨਾਂ ਤੋਂ ਹੀ ਸਪਸ਼ਟ ਹੁੰਦਾ ਹੈ ਕਿ ਇਹ ਸੈੱਲ ਰੈਫਰੈਂਸਿੰਗ, ਐਬਸੋਲਿਊਟ ਅਤੇ ਰਿਲੇਟਿਵ ਦੋਵਾਂ ਰੈਫਰੈਂਸਿੰਗ ਦਾ ਮਿਸ਼ਰਣ ਹੈ, ਕਿਉਂਕਿ ਇਹਨਾਂ ਵਿੱਚ ਇੱਕ ਰੋ ਜਾਂ ਕਾਲਮ ਵਿੱਚੋਂ ਕਾਪੀ ਕਰਦੇ ਸਮੇਂ ਕੇਵਲ ਇੱਕ ਹੀ ਸਥਿਰ ਰਹਿੰਦਾ ਹੈ। ਹੁਣ ਦੇਖੋ ਅੱਗੇ ਆਪਾਂ ਮਿਕਸਡ ਰੈਫਰੈਂਸਿੰਗ ਦਾ ਐਗਜ਼ਾਮਪਲ ਦੇਖਦੇ ਹਾਂ। ਹੁਣ ਆਪਾਂ ਇੱਕ ਕਾਲਮ ਦੇ ਵਿੱਚ ਆਪਾਂ ਨੰਬਰ ਲਿਖ ਰਹੇ ਹਨ 1 2 3 4 ਅਪ ਟੂ 10, ਅਤੇ ਦੂਸਰੇ ਆਪਾਂ ਕਾਲਮਸ ਦੇ ਵਿੱਚ ਆਪਾਂ ਨੰਬਰ ਲਿਖੇ ਹਨ 2 4 6 8 10। ਆਪਾਂ ਚਾਹੁੰਦੇ ਹਾਂ ਕਿ ਜਿਹੜਾ ਇਹ ਵਾਲਾ 1 ਹੈ ਇਹਨੂੰ 2 ਨਾਲ ਮਲਟੀਪਲਾਈ ਕਰਕੇ ਇੱਥੇ ਆਨਸਰ ਆ ਜਾਏ, 4 ਨਾਲ ਮਲਟੀਪਲਾਈ ਕਰਕੇ ਇੱਥੇ ਆਨਸਰ ਆ ਜਾਏ, 6 ਨਾਲ ਮਲਟੀਪਲਾਈ ਕਰਕੇ ਇੱਥੇ ਆਨਸਰ ਆ ਜਾਏ, 8 ਨਾਲ ਮਲਟੀਪਲਾਈ ਕਰਕੇ ਇੱਥੇ ਆਨਸਰ ਆ ਜਾਏ, ਐਂਡ ਸੋ ਔਨ। ਤਾਂ ਆਪਾਂ ਫਾਰਮੂਲਾ ਵਰਤਿਆ ਹੈ $A2। ਕਿਉਂ ਆਪਾਂ A ਦੇ ਅੱਗੇ ਡਾਲਰ ਲਗਾਇਆ ਹੈ? ਉਸ ਦਾ ਮਤਲਬ ਹੈ ਕਿ ਜਿਹੜਾ ਕਾਲਮ ਦਾ ਨਾਮ ਹੈ A ਉਹ ਕੌਂਸਟੈਂਟ ਰਹੇਗਾ, ਉਹ ਸਥਿਰ ਰਹੇਗਾ। ਤੁਸੀਂ ਦੇਖ ਰਹੇ ਹੋ ਸਾਰੇ ਫਾਰਮੂਲੇਸ ਦੇ ਵਿੱਚ A ਕੌਂਸਟੈਂਟ ਹੈ, ਬਸ ਜੋ ਸੈਕਿੰਡ ਵਾਲਾ ਜੋ ਰੋ ਨੰਬਰ ਹੈ ਉਹ ਚੇਂਜ ਹੋ ਰਿਹਾ ਹੈ 2 3 4 5 6 7। ਉੱਦਾਂ ਹੀ ਜੋ ਸੈਕਿੰਡ ਓਪਰੈਂਡ ਹੈ ਉਹਦੇ ਵਿੱਚ ਕਾਲਮ ਕੌਂਸਟੈਂਟ ਹੈ, ਕਾਲਮ ਸਥਿਰ ਹੈ, B ਕਾਲਮ ਵਰਤਿਆ ਜਾ ਰਿਹਾ ਹੈ ਆਹ ਵਾਲੇ ਪੂਰੇ ਫਾਰਮੂਲੇ ਵਿੱਚ। ਆਹ ਵਾਲੇ ਪੂਰੇ ਰੋ ਦੇ ਪੂਰੇ ਕਾਲਮ ਦੇ ਵਿੱਚ C ਕਾਲਮ ਵਰਤਿਆ ਜਾ ਰਿਹਾ ਹੈ। ਅਤੇ ਅੱਗੇ ਵੀ ਆਪਾਂ $1, ਤਾਂ ਆਪਾਂ ਚਾਹੁੰਦੇ ਹਾਂ ਕਿ ਇਹ ਵਾਲੇ $1 ਮਤਲਬ ਕਾਲਮ ਦੀ ਵੈਲਿਊ ਚੇਂਜ ਨਾ ਹੋਏ, ਇਸ ਕਰਕੇ $1 ਇਹ ਸਾਰੀ ਜਗ੍ਹਾ 'ਤੇ ਸੇਮ ਆਇਆ ਹੋਇਆ ਹੈ। ਤਾਂ ਇਹਨੂੰ ਕਹਿੰਦੇ ਆਪਾਂ ਐਬਸੋਲਿਊਟ ਮਿਕਸਡ ਰੈਫਰੈਂਸਿੰਗ। ਤਾਂ ਹੁਣ ਤੁਸੀਂ ਦੇਖੋ ਕਿ ਜੇ ਆਪਾਂ ਇਹ ਇਹਦਾ ਰਿਜ਼ਲਟਸ ਹਨ। ਹੁਣ ਤੁਸੀਂ ਦੇਖੋ ਜੇ ਆਪਾਂ ਇਹੀ ਇੱਥੇ ਫਾਰਮੂਲਾ ਵਰਤਿਆ ਹੋਇਆ ਹੈ, ਜੇ ਇਹੀ ਫਾਰਮੂਲਾ ਆਪਾਂ ਕਾਪੀ ਕਰਦੇ ਹਾਂ ਤਾਂ ਆਪਣੇ ਕੋਲ ਰਿਜ਼ਲਟਸ ਆ ਜਾਂਦਾ ਹੈ। ਤਾਂ ਇੱਧਰ ਦੇਖੋ A2 ਉੱਪਰ, ਇੱਥੇ ਦੇਖੋ ਆਹ ਵਾਲੇ ਐਡਰੈਸ ਬਾਰ ਫਾਰਮੂਲਾ ਬਾਰ ਦੇ ਵਿੱਚ ਤਾਂ A4 A5 A6 A7 ਇਹ ਸਭ ਚੇਂਜ ਹੋ ਰਿਹਾ, ਬਟ ਬਾਕੀ ਸਭ ਕੌਂਸਟੈਂਟ ਰਹਿ ਰਿਹਾ ਹੈ। ਤਾਂ ਉੱਦਾਂ ਹੀ ਹੁਣ ਆਪਾਂ ਜਦੋਂ ਇਹ ਵਾਲੇ ਫਾਰਮੂਲੇ ਨੂੰ ਇੱਧਰ ਲਾਵਾਂਗੇ ਤਾਂ ਹੁਣ ਤੁਸੀਂ ਦੇਖੋ A3 ਕੌਂਸਟੈਂਟ ਰਹਿ ਰਿਹਾ ਹੈ, ਬਸ C D E ਕਾਲਮ ਜੋ ਸੈਕਿੰਡ ਓਪਰੈਂਡ ਦਾ ਕਾਲਮ ਹੈ ਉਹ ਚੇਂਜ ਹੋ ਰਿਹਾ ਹੈ। ਤਾਂ ਇਹਦੇ ਵਿੱਚ ਦੋਨੋਂ ਹੀ ਸਥਿਰ ਨਹੀਂ ਹਨ, ਤਾਂ ਇਸ ਲਈ ਇਹਨੂੰ ਕਹਿੰਦੇ ਆ ਮਿਕਸਡ ਰੈਫਰੈਂਸਿੰਗ।